ਮਿੱਲ ਏਰੀਆ ਦੇ ਵਿੱਚ ਸਾਰੇ ਪੰਜਾਬ ਤੋਂ ਵੱਧ ਗੰਨਾ ਜਿਹੜਾ ਭੋਗਪੁਰ ਮੇਲੇ ਵਿੱਚ ਬਿਜਾਈ ਇਹਦੀ ਗੰਨੇ ਦੀ ਹੁੰਦੀ ਹੈ। ਔਰ ਇੱਥੇ ਜ਼ਿਮੀਂਦਾਰਾਂ ਦੀ ਸਹੂਲਤ ਵਾਸਤੇ ਪਿਛਲੇ ਸਾਲ ਤੋਂ ਵੱਡਾ ਪਲਾਂਟ 3000 TCD ਦਾ ਪਲਾਂਟ ਜਿਹੜਾ ਵਾ ਉਹ ਸ਼ੁਰੂ ਹੋ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਲਾਭ ਹੋਇਆ ਹੈ। ਸਾਲ ਦੇ ਵਿੱਚ 2 ਵਾਰੀ ਗੰਨੇ ਦੀ ਬਿਜਾਈ ਹੁੰਦੀ ਹੈ, ਇੱਕ ਅੱਸੂ ਕੱਤਕ ਦੀ ਬਿਜਾਈ, ਇੱਕ ਆਪਣੇ ਹੁਣ ਫਰਵਰੀ ਮਾਰਚ ਵਿੱਚ ਬਿਜਾਈ ਸ਼ੁਰੂ ਹੋ ਚੁੱਕੀ ਹੈ। ਭੋਗਪੁਰ ਮਿੱਲ ਏਰੀਏ ਦੇ ਵਿੱਚ ਸਾਡਾ 5500 ਹੈਕਟਰ ਬਿਜਾਈ ਕਰਨ ਦਾ ਟੀਚਾ ਹੈ, ਜੋ ਕਿ ਟੀਚਾ ਅਰਕਾ ਪੂਰਾ ਕਰ ਲਿਆ ਜਾਵੇਗਾ। ਜ਼ਿਮੀਂਦਾਰਾਂ ਨੂੰ ਬਿਜਾਈ ਵਾਸਤੇ ਬਹੁਤ ਪ੍ਰੇਰਿਤ ਕੀਤਾ ਜਾ ਰਿਹਾ ਹੈ ਔਰ ਜ਼ਿਮੀਂਦਾਰਾਂ ਨੂੰ ਬਿਜਾਈ ਲਈ ਨਵੀਆਂ ਕਿਸਮਾਂ ਜਿਹੜੀਆਂ ਵਾ ਉਹਦੇ ਬਾਰੇ ਦੱਸਿਆ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜੀਆਂ ਨਵੀਆਂ ਕਿਸਮਾਂ COBB 95 96 ਔਰ ਇਸ ਤੋਂ ਪਹਿਲਾਂ ਜਿਹੜੀਆਂ ਆਈਆਂ 92 93 94 ਬਾਰੇ ਵੱਧ ਤੋਂ ਵੱਧ ਬਿਜਾਈ ਕਰਵਾਈ ਜਾ ਰਹੀ ਹੈ। ਭੋਗਪੁਰ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ 238 ਗੰਨੇ ਦੀ ਬਿਜਾਈ ਹੁੰਦੀ ਹੈ, ਲੇਕਿਨ ਪਿਛਲੇ ਸਾਲ ਪੰਜਾਬ ਦੇ ਕੁਝ ਹਿੱਸਿਆਂ ਵਿੱਚ CO 238 ਵਿੱਚ ਬਿਮਾਰੀ ਆਉਣ ਕਰਕੇ ਇਸ ਦੇ ਥੱਲੋਂ ਰਕਬਾ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜ਼ਿਮੀਂਦਾਰਾਂ ਨੂੰ ਇਸ ਵਾਸਤੇ ਇਹਨਾਂ ਨਵੀਆਂ ਕਿਸਮਾਂ ਪੰਜਾਬ ਦੀਆਂ ਜਿਹੜੀਆਂ ਕਿਸਮਾਂ ਆਜ਼ਾਦ ਹੋਈਆਂ ਹਨ, ਯੂਨੀਵਰਸਿਟੀ ਵੱਲੋਂ ਰਿਕਮੈਂਡਡ ਹਨ, ਉਹਨਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵਾਸਤੇ ਔਟਮ ਦੀ ਬਿਜਾਈ ਵਾਸਤੇ ਅਸੀਂ ਆਪਣੇ COBB 95 ਦੀਆਂ ਨਰਸਰੀਆਂ ਬੁੱਕ ਕਰਕੇ ਜ਼ਿਮੀਂਦਾਰਾਂ ਨੂੰ ਇਹਦਾ ਬੀਜ ਦਿੱਤਾ ਗਿਆ ਹੈ। ਹੁਣ ਵੀ ਅਸੀਂ ਮਿੱਲ ਦੇ ਫਾਰਮ ਵਿੱਚੋਂ 800 ਕੁਇੰਟਲ ਜਿਹੜਾ ਬੀਜ ਤਿਆਰ ਕਰਕੇ ਜ਼ਿਮੀਂਦਾਰਾਂ ਨੂੰ ਦਿੱਤਾ ਜਾ ਚੁੱਕਾ ਹੈ। ਹੁਣ ਅਸੀਂ ਕੋਕੋ ਟਰੇਆਂ ਲਿਆ ਕੇ ਉਹਦੇ ਵਿੱਚ ਪਲਾਂਟ ਤਿਆਰ ਕਰਕੇ ਜ਼ਿਮੀਂਦਾਰਾਂ ਨੂੰ ਦਿੱਤੇ ਜਾਣਗੇ। ਕਰਨਾਲ ਤੋਂ ਇਸ ਵਾਸਤੇ 15023 ਦਾ ਸੀਡ ਲਿਆ ਕੇ ਉਹਦੇ ਵਿੱਚ ਬਿਜਾਈ ਕਰਵਾਈ ਜਾਵੇਗੀ। ਜ਼ਿਮੀਂਦਾਰਾਂ ਦੀ ਭਲਾਈ ਵਾਸਤੇ ਮਿੱਲ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਔਰ ਇਹਦੇ ਵਿੱਚ ਜ਼ਿਮੀਂਦਾਰਾਂ ਨੂੰ ਆਪਣਾ ਦਵਾਈਆਂ ਆਦਿ ਦਿੱਤੀਆਂ ਜਾ ਰਹੀਆਂ ਹਨ। ਔਰ ਮਿੱਲ ਹੁਣ ਇਸ ਵਕਤ ਸੀਜ਼ਨ ਚੱਲ ਰਿਹਾ ਹੈ, ਮਿੱਲ ਦਾ ਯਾਰਡ ਵੀ ਪੱਕਾ ਕਰ ਦਿੱਤਾ ਗਿਆ ਹੈ। ਜ਼ਿਮੀਂਦਾਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਪਰਚੀਆਂ ਦਾ ਸਿਸਟਮ ਵੀ ਸਹੀ ਚੱਲ ਰਿਹਾ ਹੈ, ਕੈਲੰਡਰ ਸਿਸਟਮ ਚੱਲ ਰਿਹਾ ਹੈ ਔਰ ਇਸ ਨਾਲ ਸਾਰੇ ਜ਼ਿਮੀਂਦਾਰ ਬਹੁਤ ਸੰਤੁਸ਼ਟ ਹਨ। ਭੋਗਪੁਰ ਰਿਕਵਰੀ ਦੇ ਵਿੱਚ ਵੀ ਅਸੀਂ ਆਪਣੇ ਸੀਜ਼ਨ ਦੇ ਐਂਡ ਤੱਕ ਆਪਣੇ ਸਾਰੇ ਪੰਜਾਬ ਤੋਂ ਵੱਧ ਰਿਕਵਰੀ ਕਰਨ ਵਾਲੀ ਮਿੱਲ ਬਣ ਜਾਵੇਗੀ। ਜ਼ਿਮੀਂਦਾਰਾਂ ਨੂੰ ਜਿਹੜੀ ਬਿਜਾਈ ਕਰਨ ਲਈ ਜਿਹੜੀ ਗੰਨੇ ਦੀ ਬਿਜਾਈ ਵਾਸਤੇ ਸਭ ਤੋਂ ਪਹਿਲਾਂ ਇਹ ਦੱਸਿਆ ਜਾ ਰਿਹਾ ਹੈ ਵੱਧ ਤੋਂ ਵੱਧ ਬਿਜਾਈ ਜਿਹੜੀ ਆ 4 ਫੁੱਟ ਦੇ ਉੱਤੇ ਬਿਜਾਈ ਕੀਤੀ ਜਾਵੇ, ਜਿਸ ਨਾਲ ਕਿ ਜਿਹੜਾ ਆਪਣਾ ਗੰਨੇ ਦਾ ਝਾੜ ਆ ਵੱਧ ਤੋਂ ਵੱਧ ਝਾੜ ਲਿਆ ਜਾ ਸਕੇ। ਔਰ ਜ਼ਿਮੀਂਦਾਰਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਬੀਜ ਵਰਤਣਾ ਹੈ ਉਹ ਸਿਰਫ PAU ਤੋਂ ਰਿਕਮੈਂਡਡ ਵੈਰਾਈਟੀਆਂ ਦਾ ਕਿਸਮਾਂ ਦਾ ਹੀ ਬੀਜ ਵਰਤਿਆ ਜਾਵੇ ਔਰ ਸ਼ੁੱਧ ਬੀਜ ਲਿਆ ਜਾਵੇ, ਹੈਲਦੀ ਬੀਜ ਪਾਇਆ ਜਾਵੇ। ਇਸ ਵਾਸਤੇ ਮਿੱਲ ਦੇ ਸਟਾਫ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਸਾਡੀ ਜ਼ਿਮੀਂਦਾਰ ਭਰਾਵਾਂ ਨੂੰ ਸਭ ਤੋਂ ਵੱਧ ਬੇਨਤੀ ਇਹ ਹੈ ਕਿ ਜਦੋਂ ਮਿੱਲ ਵਿੱਚ ਗੰਨਾ ਲਿਆਉਣਾ ਹੈ ਉਹ ਗੰਨਾ ਸਾਫ਼ ਸੁਥਰਾ ਅਤੇ ਆਖੋਰੀ ਤੋਂ ਰਾਹਤ ਲੈ ਕੇ ਆਉਣ, ਕਿਉਂਕਿ ਜੇ ਆਪਾਂ ਗੰਨਾ ਆਪਾਂ ਨਹੀਂ ਛਿਲਾਈ ਚੱਜ ਨਾਲ ਕਰਾਂਗੇ ਅਤੇ ਜਿਹੜੀ ਆ ਮਿੱਲ ਦੀ ਰਿਕਵਰੀ 'ਤੇ ਅਸਰ ਪਊਗਾ, ਮਿੱਲ ਦੀ ਰਿਕਵਰੀ 'ਤੇ ਅਸਰ ਪਊਗਾ ਅਤੇ ਉਹ ਜ਼ਿਮੀਂਦਾਰਾਂ ਦੀ ਪੇਮੈਂਟ 'ਤੇ ਵੀ ਅਸਰ ਪੈਂਦਾ ਹੈ। ਔਰ ਜ਼ਿਮੀਂਦਾਰਾਂ ਨੂੰ ਮੇਰੀ ਇਹ ਵੀ ਬੇਨਤੀ ਹੈ ਕਿ ਦਿੱਤੀ ਹੋਈ ਤਰੀਕ 'ਤੇ ਹੀ ਗੰਨਾ ਮਿੱਲ ਦੇ ਵਿੱਚ ਲੈ ਕੇ ਆਉਣ, ਤਾਂ ਕਿ ਕੋਈ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਔਰ ਸਾਡਾ ਕੰਮ ਵਧੀਆ ਢੰਗ ਨਾਲ ਚੱਲ ਸਕੇ। ਮੇਰੀ ਜ਼ਿਮੀਂਦਾਰ ਭਰਾਵਾਂ ਨੂੰ ਇਹ ਵੀ ਬੇਨਤੀ ਹੈ ਕਿ ਹੁਣ ਗੰਨੇ ਦਾ ਰੇਟ ਬਹੁਤ ਵਧੀਆ ਹੋ ਚੁੱਕਾ ਹੈ ਅਤੇ ਹੁਣ ਇਹ ਗੰਨੇ ਦੀ ਬਿਜਾਈ ਵੱਧ ਤੋਂ ਵੱਧ ਕਰਵਾਈ ਜਾਵੇ। ਮਿੱਲ ਦਾ ਪਲਾਂਟ ਜਿਹੜਾ ਵਾ ਅਰਕਾ ਵਧੀਆ ਚੱਲਿਆ ਹੈ, ਅਗਲੇ ਸਾਲ ਹੋਰ ਵੀ ਵਧੀਆ ਚੱਲੇਗਾ ਅਤੇ ਇਸ ਵਾਸਤੇ ਮੇਰੀ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਗੰਨੇ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਕਿ ਵਧੀਆ ਔਰ ਇਸ ਤੋਂ ਲਾਭ ਲਿਆ ਜਾ ਸਕੇ। ਜ਼ਿਮੀਂਦਾਰ ਭਰਾਵਾਂ ਵਾਸਤੇ ਮਿੱਲ ਦੇ ਬੋਰਡ ਆਫ ਡਾਇਰੈਕਟਰ ਦੇ ਸਾਡੇ ਚੇਅਰਮੈਨ ਸਾਹਿਬ ਦੇ ਸਹਿਯੋਗ ਅਤੇ GM ਸਾਹਿਬ ਦੇ ਮਿਹਨਤ ਸਦਕਾ ਜਿਹੜਾ ਸਾਡਾ ਯਾਰਡ ਆ ਉਹ ਪੱਕਾ ਕੀਤਾ ਜਾ ਚੁੱਕਾ ਹੈ। ਮਿੱਲ ਦੀ ਕੰਟੀਨ ਵੀ ਲਗਭਗ ਤਿਆਰ ਹੈ, ਜੋ ਕਿ ਅਗਲੇ ਸਾਲ ਚਾਲੂ ਹੋ ਜਾਵੇਗੀ। ਜ਼ਿਮੀਂਦਾਰਾਂ ਵਾਸਤੇ ਐਰਕਾਂ ਜਿਹੜਾ ਰੈਸਟ ਹਾਊਸ ਆ, ਰੈਸਟ ਘਰ, ਆਰਾਮ ਘਰ ਆ, ਉਹ ਵੀ ਐਰਕਾਂ ਤਿਆਰ ਕਰਕੇ ਉੱਥੇ ਜ਼ਿਮੀਂਦਾਰਾਂ ਦੀ ਸਹੂਲਤ ਲਈ ਦਿੱਤਾ ਗਿਆ ਹੈ। ਜ਼ਿਮੀਂਦਾਰਾਂ ਲਈ ਵਧੀਆ ਬਾਥਰੂਮ ਬਣਵਾ ਦਿੱਤੇ ਗਏ ਹਨ ਤਾਂ ਕਿ ਜ਼ਿਮੀਂਦਾਰ ਭਰਾਵਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਮੈਂ ਤਕਰੀਬਨ 40 ਸਾਲ ਦੇ ਕਰੀਬ ਖੇਤੀ ਗੰਨੇ ਦੀ ਕਾਸ਼ਤ ਕਰਦਾ ਆ ਰਿਹਾ ਹਾਂ। ਮੈਂ ਸਾਈਡ ਬਿਜ਼ਨਸ ਤੌਰ 'ਤੇ ਲਾਬਲਪੁਰ ਦੇ ਵਿੱਚ ਆਪਣੀ ਆੜ੍ਹ ਦਾ ਕੰਮ ਵੀ ਕਰਦਾ ਹਾਂ। ਸਾਨੂੰ ਭੋਗਪੁਰ ਮਿੱਲ ਤੋਂ ਨਾ ਤਾਂ ਕਦੀ ਪਰਚੀ ਦੀ ਪ੍ਰੋਬਲਮ ਆਈ ਹੈ, ਨਾ ਹੀ ਕਦੀ ਪੇਮੈਂਟ ਦੀ ਪ੍ਰੋਬਲਮ ਆਈ ਹੈ। ਵੈਸੇ ਅਸੀਂ ਟਰੇਆਂ ਵਾਲਾ ਗੰਨਾ ਲਾ ਕੇ ਵੀ ਵਧੀਆ ਖੇਤੀ ਕਰ ਸਕਦੇ ਹਾਂ, ਕਿਉਂ ਅਸੀਂ ਗੰਨਾ ਪੈਦਾ ਕਰਨ ਵਾਸਤੇ ਟਰੇਆਂ ਦੇ ਨਾਲ ਘੱਟ ਸਮੇਂ ਦੇ ਵਿੱਚ ਗੰਨੇ ਦੀ ਪੈਦਾਵਾਰ ਕਰ ਸਕਦੇ ਹਾਂ। ਗੰਨੇ ਦੀ ਅਗੇਤੀ ਵੈਰਾਈਟੀ ਜਿਵੇਂ ਕਿ 85, ਮਿਡ ਵੈਰਾਈਟੀ ਦੇ ਵਿੱਚ ਆ ਗਿਆ 238। ਇਹ ਫਰਵਰੀ ਲਾਸਟ ਤੋਂ ਲੈ ਕੇ ਅਪ੍ਰੈਲ ਤੱਕ ਗੰਨਾ ਲਾਇਆ ਜਾਂਦਾ। ਜੇ ਅੱਸੂ ਦੀ ਬਿਜਾਈ ਕਰਨੀ ਹੋਵੇ ਤਾਂ ਅਕਤੂਬਰ ਮਹੀਨੇ ਦੇ ਵਿੱਚ ਕੀਤੀ ਜਾ ਸਕਦੀ ਹੈ। ਪਾਣੀ ਤੇ ਤਾਂ ਮਿੱਟੀ ਦੇ ਹਿਸਾਬ ਨਾਲ ਲੱਗਦਾ, ਜਿਵੇਂ ਕੋਈ ਮਿੱਟੀ ਹਲਕੀ ਮਿੱਟੀ ਉੱਥੇ ਪਾਣੀ ਵੱਧ ਲੱਗਦਾ,
ਜਿਵੇਂ ਕਿ ਵਧੀਆ ਮਿੱਟੀ, ਭਾਰੀ ਮਿੱਟੀ ਆ, ਉੱਥੇ ਪਾਣੀ ਘੱਟ ਲੱਗਦਾ ਹੈ। ਖਾਦਾਂ ਇਹਨੂੰ ਬਿਜਾਈ ਦੇ ਟਾਈਮ ਖਾਦ ਪਾਉਣੀ ਚਾਹੀਦੀ ਹੈ, ਅਤੇ ਨਾਲ ਇਹਨੂੰ ਕੀੜੇ ਮਾਰ ਦਵਾਈ ਪਾਉਣੀ ਚਾਹੀਦੀ ਹੈ, ਕਿਉਂਕਿ ਗੰਨੇ ਦੀ ਜਿਹੜੀ ਪ੍ਰੋਪਰ ਜਰਮੀਨੇਸ਼ਨ ਹੋਵੇ। ਜਿਸ ਟਾਈਮ ਆਪਾਂ ਜਰਮੀਨੇਸ਼ਨ ਪਰ ਆਪਾਂ ਪ੍ਰੋਪਰ ਨਹੀਂ ਕਰ ਸਕਦੇ ਤਾਂ ਆਪਾਂ ਗੰਨੇ ਦਾ ਝਾੜ ਵੀ ਘੱਟ ਲਵਾਂਗੇ। ਕਟਾਈ ਇਹਦੀ ਤਕਰੀਬਨ 11ਵੇਂ ਮਹੀਨੇ ਦੇ ਵਿੱਚ ਸਟਾਰਟ ਹੁੰਦੀ ਹੈ। 11ਵੇਂ ਮਹੀਨੇ ਦੇ ਗੰਨੇ ਦੇ ਸਟਾਰਟ ਹੋ ਕੇ ਤੇ ਅਪ੍ਰੈਲ ਦੇ ਐਂਡ ਤੱਕ ਗੰਨੇ ਦੀ ਕਟਾਈ ਖਤਮ ਹੋ ਜਾਂਦੀ ਹੈ। ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਤਿਆਰੀ ਕਰਨਾ ਜ਼ਰੂਰੀ ਹੈ। ਖੇਤ ਦੀ ਪ੍ਰੋਪਰ ਮਿੱਟੀ ਭੁਰਭਰੀ ਹੋਣੀ ਚਾਹੀਦੀ ਹੈ। ਉਸ ਨੂੰ ਆਪਾਂ 3-4 ਵਿਧੀਆਂ ਰਾਹੀਂ ਬੀਜ ਸਕਦੇ ਹਾਂ। ਆਪਾਂ ਸਿਆੜਾਂ ਦੇ ਵਿੱਚ ਗੰਨਾ ਵੀ ਲਾ ਸਕਦੇ ਹਾਂ, ਟਰੇਆਂ ਵਾਲਾ ਗੰਨਾ ਵੀ ਲਾ ਸਕਦੇ ਹਾਂ, ਅਤੇ ਇੱਕ ਉਹ ਬਰਮੇ ਨਾਲ ਸਾਖ ਮਾਰ ਕੇ ਵੀ ਆਪਾਂ ਗੰਨਾ ਲਾ ਸਕਦੇ ਹਾਂ। ਜਿਸ ਟਾਈਮ ਜ਼ਮੀਨ ਦੀ ਮਿੱਟੀ ਪ੍ਰੋਪਰ ਪੂਰੀ ਬਰੀਕ ਹੋਏਗੀ ਤਾਂ ਗੰਨੇ ਦਾ ਜਰਮੀਨੇਸ਼ਨ ਕਰਨ ਵਾਸਤੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਏਗੀ। ਕੋਈ ਜਿਸ ਟਾਈਮ ਗੰਨਾ ਜੰਮਣਾ ਹੈ, ਜੰਮਣ ਤੋਂ ਪਹਿਲਾਂ ਆਪਾਂ ਨੂੰ ਕੀੜੇ ਮਾਰ ਦਵਾਈ ਔਰ ਕੱਖ ਦੀ ਦਵਾਈ ਜ਼ਰੂਰ ਕਰਨੀ ਪਏਗੀ। ਕੋਈ ਜੇ ਕੱਖ ਜੰਮ ਪਿਆ ਤਾਂ ਮੁੜ ਕੇ ਗੰਨਾ ਦੇ ਵਿੱਚ ਕੱਖ ਜਿਹੜਾ ਕੰਟਰੋਲ ਨਹੀਂ ਹੋਏਗਾ। ਖਾਦਾਂ ਜਿਹੜੀਆਂ ਖਾਦਾਂ ਪ੍ਰੋਪਰ ਖਾਦਾਂ DAP ਅਤੇ ਯੂਰੀਆ, ਅਮੋਨੀਅਮ ਸਲਫੇਟ ਅਤੇ ਜਾਂ ਪੋਟਾਸ਼ ਵੀ ਪਾ ਸਕਦੇ ਹਨ। ਕੋਈ ਝਾੜ ਵੱਧ ਲੈਣ ਵਾਸਤੇ ਆਪਾਂ ਨੂੰ ਖਾਦਾਂ ਦੇ ਜਿਹੜੇ ਆ ਪੂਰੇ ਤੱਤ ਜਿਹੜੇ ਪੂਰੇ ਕਰਨੇ ਪੈਣਗੇ। ਕੋਰਾਜਨ ਵੀ ਇੱਕ ਲਾਜ਼ਮੀ ਹੋ ਚੁੱਕੀ ਹੈ, ਕਿਉਂਕਿ 238 ਵੈਰਾਈਟੀ ਨੂੰ ਛਾਂਗ ਜ਼ਿਆਦਾ ਫੁੱਟਦਾ ਹੈ। ਜੇ ਉਹਨੂੰ 238 ਵੈਰਾਈਟੀ ਨੂੰ ਆਪਾਂ ਛਾਂਗ ਨਹੀਂ ਕੰਟਰੋਲ ਕਰਾਂਗੇ ਤਾਂ ਗੰਨੇ ਦਾ ਤਕਰੀਬਨ 50 ਤੋਂ 70 ਕੁਇੰਟਲ ਝਾੜ ਜਿਹੜਾ ਉਹ ਘਟ ਜਾਂਦਾ ਹੈ। ਜਿੱਦਾਂ ਗੰਨਾ ਆਪਾਂ ਅਪ੍ਰੈਲ 'ਚ ਬੀਜਿਆ ਅਤੇ ਤਕਰੀਬਨ ਇਹ ਗੰਨਾ ਨਵੰਬਰ ਦੇ ਵਿੱਚ 6-7 ਮਹੀਨੇ ਦੇ ਵਿੱਚ ਗੰਨਾ ਤਿਆਰ ਹੋ ਜਾਂਦਾ ਹੈ। ਪਰ ਜਿਹੜਾ ਮਿੱਲਾਂ ਦੇ ਵਿੱਚ ਪਹਿਲੇ ਮੋਢੇ ਗੰਨੇ ਨੂੰ ਲਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਬੀਜਵਾਂ ਗੰਨਾ ਹੈ, ਬੀਜਵੇਂ ਗੰਨੇ ਦੀ ਥੋੜ੍ਹੀ ਜਿਹੀ ਪਰਚੀ ਜਿਹੜੀ ਆ ਉਹ ਜਾ ਕੇ ਜਨਵਰੀ ਦੇ ਵਿੱਚ ਜਾ ਕੇ ਨਿਕਲਣੀ ਸ਼ੁਰੂ ਹੁੰਦੀ ਆ। ਕਟਾਈ ਪਹਿਲੇ ਇਹਨੂੰ ਲੇਬਰ ਨਾਲ ਕਟਾਈ ਕੀਤੀ ਜਾਂਦੀ ਹੈ, ਪਰ ਹੁਣ ਹਾਰਵੈਸਟਰ ਵੀ ਆ ਚੁੱਕੀ ਹੈ। ਇਸ ਬਾਰੇ ਹਾਰਵੈਸਟਰ ਨਾਲੋਂ ਬੈਟਰ ਲੇਬਰ ਨਾਲ ਹੀ ਕਟਾਈ ਵਧੀਆ ਹੈ, ਕਿਉਂਕਿ ਹਾਰਵੈਸਟਰ ਦੇ ਨਾਲ ਕਟਾਈ ਕਰਨ ਦੇ ਵਿੱਚ ਆਪਾਂ ਨੂੰ ਟਰਾਲੀਆਂ ਦੀ ਬਹੁਤ ਪ੍ਰੋਬਲਮ ਆਉਂਦੀ ਹੈ। ਦੂਸਰੀ ਚੀਜ਼ ਇਹ ਹੋ ਜਾਂਦੀ ਆ, ਉਹਦੇ ਨਾਲ ਗੰਨੇ ਦਾ ਥੋੜ੍ਹਾ ਝਾੜ ਵੀ ਘਟਦਾ। ਕੋਈ ਗੰਨੇ ਦੀ ਬਾਰ-ਬਾਰ ਕਟਿੰਗ ਹੁੰਦੀ ਆ, ਉੱਥੋਂ ਦੇ ਰਸ ਜਿਹੜੀ ਉਹ ਵੀਕ ਹੋ ਜਾਂਦੀ ਆ, ਕਮਜ਼ੋਰ ਬਾਹਰ ਨਿਕਲ ਜਾਂਦੀ ਆ। ਅਤੇ ਜਿਹੜਾ ਲੇਬਰ ਦੇ ਨਾਲ ਗੰਨੇ ਦੀ ਕਟਾਈ ਆ, ਲੇਬਰ 12-15 ਬੰਦੇ ਉਹ 200 ਕੁਇੰਟਲ ਗੰਨਾ ਸਿਲਾਈ ਰੋਜ਼ ਕਰ ਜਾਂਦੇ ਆ। ਫਸਲ ਵਿਭਿੰਨਤਾ ਦੇ ਤੌਰ ਤੇ ਬਹੁਤ ਜ਼ਿਆਦਾ ਲਾਹੇਮੰਦ ਹੈ, ਕਿਉਂਕਿ ਇਹਨੂੰ ਪਾਣੀ ਦੀ ਜ਼ਿਆਦਾ ਲੋੜ ਨਹੀਂ ਪੈਂਦੀ। ਝੋਨੇ ਦੇ ਮੁਕਾਬਲੇ ਬਹੁਤ ਜ਼ਿਆਦਾ ਪਾਣੀ 10 ਹਿੱਸੇ ਦਾ ਫਰਕ ਪੈ ਜਾਂਦਾ ਹੈ, ਕਿ ਜਿਵੇਂ ਝੋਨੇ ਨੂੰ ਰੋਜ਼ ਪਾਣੀ ਲਾਉਣਾ ਪੈਣਾ, ਅਤੇ ਇਹਨੂੰ 10ਵੇਂ ਦਿਨ ਵੀ ਪਾਣੀ ਲੱਗ ਜਾ, 15ਵੇਂ ਦਿਨ ਵੀ ਪਾਣੀ ਲੱਗ ਜਾ, ਤੇ ਚੱਲ ਜਾਂਦਾ। ਦੇਖੋ ਗੰਨਾ ਵੱਧ ਬੀਜੋ ਅਤੇ ਵੱਧ ਕਮਾਈ ਕਰੋ, ਕਿਉਂ ਇਸ ਟਾਈਮ ਗੰਨੇ ਦਾ ਰੇਟ ਜਿਹੜਾ ਉਹ 360 ਰੁਪਏ ਕੁਇੰਟਲ ਪੰਜਾਬ ਦੇ ਵਿੱਚ ਹੋ ਚੁੱਕਾ ਹੈ। ਬਾਕੀ ਫਸਲਾਂ ਝੋਨੇ ਔਰ ਕਣਕ ਨਾਲੋਂ ਇਹਦੀ ਇਸ ਟਾਈਮ ਪ੍ਰੋਫਿਟ ਜਿਹੜਾ ਵੱਧ ਹੈ। ਅਸੀਂ ਗੰਨੇ ਦੀਆਂ ਜਿਹੜੀਆਂ ਨਵੀਆਂ ਵੈਰਾਈਟੀਆਂ ਜੋ ਵੀ ਮਿਲ 'ਚ ਆਉਂਦੀਆਂ ਉੱਥੋਂ ਨਵਾਂ ਬੀਜ ਲੈ ਕੇ ਨਵੀਆਂ ਵੈਰਾਈਟੀਆਂ ਤਿਆਰ ਕਰਦੇ ਹਾਂ। ਜਿੱਦਾਂ ਹੁਣ 15-023 ਆਈ ਆ, 95 ਆਈ ਵੈਰਾਈਟੀ ਨਵੀਂ। ਇਹ ਸਾਰੀਆਂ ਜਿੱਦਾਂ ਸਾਨੂੰ ਥੋੜ੍ਹੀਆਂ ਮਿਲੀਆਂ ਉਸ ਹਿਸਾਬ ਨਾਲ ਬੀਜੀਆਂ। ਜਿੱਦਾਂ ਅੱਸੂ ਮਹੀਨੇ ਦੇ ਵਿੱਚ ਬਿਜਾਈ ਕਰਦੇ ਹਾਂ ਪਹਿਲਾਂ, ਉਸ ਤੋਂ ਬਾਅਦ ਅਸੀਂ ਕੁਛ ਗੰਨਾ ਜਿੱਦਾਂ ਆਲੂਆਂ ਦੀ ਖੇਤੀ ਕਰਦੇ ਹਾਂ, ਆਲੂਆਂ ਦੇ ਵੱਢ ਦੇ ਵਿੱਚ ਤਿਆਰ ਕਰਕੇ ਖੇਤ ਵਧੀਆ ਤਰੀਕੇ ਦੇ ਨਾਲ ਗੰਨਾ ਬੀਜਦੇ ਹਾਂ ਤਾਂ ਵਧੀਆ ਝਾੜ ਲੈਂਦੇ ਹਾਂ ਉਹਨਾਂ ਦਾ। ਸਾਨੂੰ ਭੋਗਪੁਰ ਮਿੱਲ ਤੋਂ ਬਹੁਤ ਸਹਿਯੋਗ ਆ, ਲਾਗੇ ਹੈਗੇ ਆ, ਸਾਡੇ ਸਟਾਫ ਵਧੀਆ ਇੱਥੇ, ਅਤੇ ਸਾਨੂੰ ਕਿਸੇ ਗੱਲ ਦੀ ਇੱਥੇ ਦਿੱਕਤ ਨਹੀਂ ਗੀ। ਲੋਕਲ ਮਿੱਲ ਆ ਸਾਡੀ, ਅਤੇ ਵਧੀਆ ਪੈਦਾਵਾਰ ਹੋ ਰਹੀ ਹੈ ਇਸ ਹਿਸਾਬ ਗੰਨੇ ਦੀ। ਚਲੋ ਸਰਕਾਰਾਂ ਨੇ ਥੋੜ੍ਹਾ ਰੇਟ ਵੀ ਸਹੀ ਕਰ ਦਿੱਤਾ, ਇਸ ਕਰਕੇ ਸਾਨੂੰ ਗੰਨੇ ਦੇ ਵਿੱਚ ਬਹੁਤ ਵਧੀਆ ਮਾਰਜਨ ਇਸ ਸਾਲ ਮਿਲਿਆ। ਪਹਿਲਾਂ ਅਸੀਂ ਅੱਸੂ ਮਹੀਨੇ ਦੇ ਵਿੱਚ ਪਹਿਲੀ ਬਿਜਾਈ ਕਰਦੇ ਹਾਂ, ਜਿੰਨੇ ਕੁ ਕੋਈ ਆਪਣੇ 20-25% ਅੱਸੂ ਮਹੀਨੇ ਦੇ ਵਿੱਚ ਬਿਜਾਈ ਕਰਦੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਫਰਵਰੀ ਦੇ ਐਂਡ 'ਚ ਅਤੇ ਮਾਰਚ ਦੇ ਪਹਿਲੇ ਹਫ਼ਤੇ ਤੱਕ ਜਿੰਨੀ ਬਿਜਾਈ ਹੈਗੀ ਉਹ ਕਰਦੇ ਹਾਂ। ਉਹ ਵੈਰਾਈਟੀਆਂ ਜਿੱਦਾਂ ਇੱਕ 18 ਹੈਗੀ ਆ, 15-023, 95 ਆਈਆਂ, ਇਹ ਅਰਲੀ ਵੈਰਾਈਟੀਆਂ। ਜਿੱਦਾਂ 38 ਸੀਗਾ ਪਹਿਲਾਂ, ਉਹ ਵੀ ਵਧੀਆ ਵੈਰਾਈਟੀ ਰਹੀ ਅਜੇ ਤੱਕ, ਚਲੋ ਵਧੀਆ ਚੱਲ ਰਹੀ, ਅਜੇ ਵੀ ਚੱਲੀ ਜਾਂਦੀ ਸਾਡੇ, ਅਤੇ ਬਹੁਤ ਵਧੀਆ ਝਾੜ ਰਿਹਾ ਇਸ ਸਾਲ ਵੀ ਉਹਦਾ। ਕਟਾਈ ਕਰਨ ਤੋਂ ਸਾਨੂੰ ਇਹੋ ਹੀ ਹੁੰਦਾ ਵੀ 20-25 ਦਿਨ ਮਹੀਨਾ ਪਹਿਲਾਂ ਪਾਣੀ ਬੰਦ ਕਰੀਦਾ, ਵੀ ਵਧੀਆ ਜਿਹੜੀ ਰਿਕਵਰੀ ਆਵੇ ਗੰਨੇ ਦੀ, ਵਧੀਆ ਵੇਟ ਆਵੇ। ਇਸ ਕਰਕੇ ਸਾਫ ਸੁਥਰਾ ਛਿਲਾਈ ਕਰਾਈਏ ਅਤੇ ਸਾਡੀ ਮਿੱਲ 'ਚ ਟਰਾਲੀ ਜਾਵੇ ਤਾਂ ਸਾਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਾ ਹੋਵੇ। ਅਤੇ ਇਸ ਕਰਕੇ ਪੂਰਾ ਧਿਆਨ ਰੱਖੀਦਾ। ਮਿੱਲ ਪਿੰਡ ਤੋਂ ਜਿਹੜੇ ਚੱਲਣਾ ਮਿੱਲ ਤੱਕ ਵੀ ਆਉਣ ਤੱਕ ਵੀ ਇਹੋ ਹੀ ਜਾਂਦਾ ਵੀ ਚਲੋ ਵਧੀਆ ਟਰਾਲੀ ਦੀ ਲੋਡਿੰਗ ਹੋਵੇ ਤਾਂ ਵਧੀਆ ਸਹੀ ਸਲਾਮਤ ਜਾਵੇ ਮਿੱਲ 'ਚ। ਗੰਨੇ ਦੀ ਖੇਤੀ ਇਸ ਟਾਈਮ 'ਤੇ ਜਿਸ ਹਿਸਾਬ ਨਾਲ ਰੇਟ ਆ, ਉਹਦੇ ਹਿਸਾਬ ਨਾਲ ਬਾਕੀਆਂ ਫਸਲਾਂ ਨਾਲੋਂ ਵਧੀਆ ਹਲੇ ਚੱਲ ਰਹੀ ਆ। ਬਹੁਤ ਵਧੀਆ ਜਿਹੜੀਆਂ ਚੰਗੀਆਂ ਵੈਰਾਈਟੀਆਂ, ਵਧੀਆ ਝਾੜ ਆ, ਵਧੀਆ ਪ੍ਰੋਫਿਟ ਹੋਣ ਡਿਆ ਹੈ। ਮਿੱਲ ਦੀ ਮੈਨੇਜਮੈਂਟ ਬਹੁਤ ਵਧੀਆ ਚੱਲ ਰਹੀ ਆ ਜੀ। ਸਾਨੂੰ ਹਰ ਇੱਕ ਸਹੂਲਤ ਮਿਲਣ ਡਈ ਆ, ਜਿਹੜੀ ਵੀ ਸਾਨੂੰ ਜ਼ਰੂਰਤ ਹੁੰਦੀ ਆ ਅਸੀਂ ਆਣ ਕੇ ਸਟਾਫ ਨਾਲ ਗੱਲ ਕਰਦੇ, ਸਾਡੀ ਹਰ ਇੱਕ ਸਹੂਲਤ ਜਿਹੜੀ ਕਮੀ ਆ ਉਹ ਪੂਰੀ ਕੀਤੀ ਜਾਂਦੀ ਮਿੱਲ ਵੱਲੋਂ। ਅਸੀਂ 10 ਏਕੜ ਗੰਨੇ ਦੀ ਫਸਲ ਲਾਉਂਦੇ ਹਾਂ,
ਜਿਹਦੇ ਵਿੱਚ 38 85 ਤੇ ਨਵੀਆਂ ਵੈਰਾਈਟੀਆਂ 1507 9005 ਸਾਰੀਆਂ ਕਿਸਮਾਂ ਮਾਰਚ ਮਹੀਨੇ ਕੋ ਅੱਸੂ ਦੇ ਮਹੀਨੇ ਬਿਜਾਈ ਕਰਦੇ ਆ। ਸਾਰੀਆਂ ਫਸਲਾਂ ਨੂੰ ਚੰਗੀ ਤਰ੍ਹਾਂ ਬਹਾ ਕੇ ਛਾੜ ਲਾ ਕੇ ਤੇ ਦਵਾਈਆਂ ਵਰਤ ਕੇ ਤੇ ਵਧੀਆ ਤਰੀਕੇ ਨਾਲ ਗੰਨਾ ਤਿਆਰ ਕਰਦੇ ਤੇ ਚੰਗਾ ਝਾੜ ਸਾਨੂੰ ਮਿਲਦਾ ਹੈ। ਤੇ ਉਹਦੇ ਵਿੱਚ ਮਿਲ ਵੱਲੋਂ ਵੀ ਸਾਨੂੰ ਸਹਿਯੋਗ ਮਿਲਦਾ, ਵੈਰਾਈਟੀਆਂ ਮਿਲਦੀਆਂ ਤੇ ਨਵੀਆਂ ਕਿਸਮਾਂ ਦਾ ਵੀ ਸਾਨੂੰ ਸੈਮੀਨਾਰ ਹੁੰਦੇ, ਇੱਥੇ ਬੁਲਾਉਂਦੇ ਆ ਸਾਨੂੰ, ਉਹਨਾਂ ਬਾਰੇ ਡਾਕਟਰ ਵੀ ਸੱਦਦੇ ਆ, ਡਾਕਟਰ ਵੀ ਜਾਣਕਾਰੀ ਦਿੰਦੇ ਆ ਤੇ ਫਿਰ ਅਸੀਂ ਵਧੀਆ ਤਰੀਕੇ ਨਾਲ ਉਹ ਗਾਂਹ ਤੋਂ ਗਾਂਹ ਗੰਨੇ ਦੀ ਬਿਜਾਈ ਕਰਦੇ ਆ ਤੇ ਸਾਨੂੰ ਚੰਗਾ ਲਾਭ ਮਿਲਦਾ ਉੱਥੋਂ। ਪੇਮੈਂਟ ਸਾਨੂੰ 15 ਦਿਨ ਬਾਅਦ ਜਾਂ ਮਹੀਨੇ ਬਾਅਦ ਸਾਰੀ ਸਾਡੇ ਅਕਾਊਂਟ ਦੇ ਵਿੱਚ ਪੇਮੈਂਟ ਪਹੁੰਚ ਜਾਂਦੀ ਆ ਤੇ ਕੋਈ ਸਾਨੂੰ ਇੱਥੇ ਆ ਕੇ ਪੁੱਛਣਾ ਨਹੀਂ ਪੈਂਦਾ ਵੀ ਪੇਮੈਂਟ ਸਾਡੀ ਕਿੱਦਾਂ ਹੈਗੀ ਆ। ਸਾਨੂੰ ਸਾਰਾ ਕੰਪਿਊਟਰਾਈਜ਼ ਸਿਸਟਮ ਹੈ, ਸਾਰੇ ਉਹਦੇ ਰਾਹੀਂ ਆਨਲਾਈਨ ਮੈਸੇਜ ਆ ਜਾਂਦੇ ਆ ਵੀ ਪੇਮੈਂਟ ਸਾਡੇ ਖਾਤਿਆਂ ਵਿੱਚ ਇੰਨੇ ਤੋਂ ਇੰਨੀ ਤਰੀਕ ਤੱਕ ਪਹੁੰਚ ਗਈ ਆ। ਖੇਤੀ ਅਸੀਂ ਕੋਈ 15-20 ਸਾਲ ਤੋਂ ਕਰਦੇ ਆ। ਜਦੋਂ ਮਿਲ 23 ਨਵੰਬਰ ਤੋਂ ਐਤਕੀ ਸਟਾਰਟ ਹੋਈ ਤੇ ਉਦੋਂ ਅਸੀਂ ਗੰਨਾ ਸਾਨੂੰ ਪਹਿਲ ਦੇ ਆਧਾਰ ਤੇ ਗੰਨੇ ਦੀਆਂ ਪਰਚੀਆਂ ਮਿਲਦੀਆਂ ਤੇ ਨੰਬਰਵਾਰ ਸਾਡੇ ਨੰਬਰ ਕਾਰਡ ਬਣੇ ਹੁੰਦੇ ਆ। ਨੰਬਰ ਸਿਰ ਸਾਨੂੰ ਪਰਚੀ ਆਪਣੇ ਨੰਬਰ ਤੇ ਟਾਈਮ ਸਿਰ ਪਰਚੀ ਪਹੁੰਚ ਜਾਂਦੀ ਘਰੇ ਹੀ ਤੇ ਉਹਦੇ ਹਿਸਾਬ ਨਾਲ ਅਸੀਂ ਗੰਨਾ ਵਧੀਆ ਛਿਲਾਈ ਕਰਕੇ ਤਾਂ ਮਿਲ 'ਚ ਲੈ ਕੇ ਆਉਂਦੇ। ਸਾਰੇ ਵੀ ਜਿਹੜਾ 95 ਤੇ 94 ਹੋਰ ਵੈਰਾਈਟੀਆਂ ਜਿਹੜੀਆਂ ਸੀਗੀਆਂ 4-5 ਸਾਰੀਆਂ ਇਹਨਾਂ ਨੇ ਸਾਨੂੰ ਥੋੜਾ ਬੀ ਕਰਕੇ 15-15 ਕੁਇੰਟਲ ਕਰਕੇ ਸਾਰਾ ਮਿਲ ਵੱਲੋਂ ਮਿਲਿਆ। ਗਾਂ ਬਿਜਾਈ ਹੋਈ ਆ, ਫਿਰ ਅਗਲੇ ਸਾਲ ਉਹਦਾ ਝਾੜ ਜਿਹੜਾ ਹੋਊਗਾ ਵਧੀਆ ਹੋਊਗਾ। ਮੋਢਾ ਫਿਰ ਜਦੋਂ ਹਜੇ ਨਵੀਆਂ ਬਿਜਾਈਆਂ ਹੋਣਗੀਆਂ ਫਿਰ ਮੋਢਾ ਹੋਊਗਾ। ਪਹਿਲਾਂ ਤਾਂ ਸਨਮਾਈ ਬਿਜਾਈ ਹੁੰਦੀ ਹੈ ਤੇ ਅੱਸੂ ਦੇ ਵਿੱਚ ਜਿਹੜਾ ਗੰਨਾ ਬੀਜਿਆ ਹੁੰਦਾ ਉਹਦੇ ਵਿੱਚ 2 ਫਸਲਾਂ ਹੋ ਜਾਂਦੀਆਂ, ਗਮਾਦ ਵੀ ਹੋ ਜਾਂਦਾ ਤੇ ਕਣਕ ਵੀ ਹੋ ਜਾਂਦੀ। ਲਾਭ ਵਧੀਆ ਮਿਲਦਾ ਗੰਨੇ ਤੇ ਗੰਨੇ ਤੋਂ ਸਾਡਾ ਵਧੀਆ ਘਰ ਦਾ ਗੁਜ਼ਾਰਾ, ਹੋਰ ਸਾਰੀ ਚੀਜ਼ਾਂ ਦਾ ਵਧੀਆ ਸਿਸਟਮ ਚੱਲਦਾ। ਮਿਲ ਵੱਲੋਂ ਪੂਰੀ ਸਹੂਲਤ। ਗੰਨਾ ਬਹੁਤ ਵਧੀਆ ਹੈ ਤੇ ਗੰਨੇ ਦੇ ਨਾਲ ਸਾਡਾ ਵਧੀਆ ਘਰ ਦਾ ਸਾਰਾ ਸਿਸਟਮ ਆਪਣਾ ਚੱਲਦਾ। ਪੇਮੈਂਟ ਮਿਲ ਜਾਂਦੀ ਆ ਟਾਈਮ ਨਾਲ, ਪੂਰੇ ਪੈਸੇ ਮਿਲਦੇ ਆ, ਗੌਰਮੈਂਟ ਮਿਲ ਹੈ ਇਹਦੇ 'ਚ, ਕੋਈ ਇਦਾਂ ਦੀ ਦਿੱਕਤ ਨਹੀਂ ਕਿਸੇ ਦੀ। ਕਿਸਾਨਾਂ ਨੂੰ ਇਹੀ ਮੈਸੇਜ ਆ ਵੀ ਬਦਲਵੀਂ ਹਰ ਹੀ ਫਸਲ ਲਾਉਣੀ ਚਾਹੀਦੀ ਆ। ਗੰਨਾ ਵੀ ਲਾਉਣਾ ਚਾਹੀਦਾ, ਹੋਰ ਨਾਲ ਜਿਹੜੀਆਂ ਫਸਲਾਂ ਉਹ ਵੀ ਲਾਉਣੇ। ਕੋਈ ਟਾਈਮ ਹੁੰਦਾ ਕਿਸੇ ਟਾਈਮ ਕੋਈ ਫਸਲ ਖਰਾਬ ਹੁੰਦੀ ਆ ਤੇ ਫਿਰ ਗੰਨਾ ਸਹੀ ਰਹਿ ਜਾਂਦਾ। ਗੰਨਾ ਮੀਂਹ ਪਾਣੀ ਹਨੇਰੀ 'ਚ ਵੀ ਬਚਾਅ ਕਰਦਾ ਜ਼ਿਮੀਂਦਾਰ ਦਾ। ਮੈਂ ਇਸ ਮਿਲ ਨਾਲ ਘੱਟ ਤੋਂ ਘੱਟ ਵੀ 30-35 ਸਾਲ ਤੋਂ ਅਟੈਚ ਹਾਂ। ਮੈਂ ਆਪਣੇ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ, ਸੰਦੇਸ਼ ਦੇਣਾ ਚਾਹੁੰਦਾ, ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਗੰਨਾ ਨਵੀਆਂ ਵੈਰਾਈਟੀਆਂ ਦਾ ਨਵੀਆਂ ਤਕਨੀਕਾਂ ਨਾਲ ਲਗਾ ਕੇ ਆਪਣਾ ਜਿਹੜਾ ਜੀਵਨ ਖੁਸ਼ਹਾਲ ਕਰੋ ਤੇ ਵੱਧ ਤੋਂ ਵੱਧ ਖੇਤੀ 'ਚ ਮੁਨਾਫਾ ਕਰਾਵੋ। ਕਿਉਂਕਿ ਜਿਹੜਾ ਗੰਨਾ ਆ ਉਹ ਖੇਤੀ ਵਿਭਿੰਨਤਾ ਹੋਣ ਕਰਕੇ ਦੂਜੀਆਂ ਫਸਲਾਂ ਦਾ ਪਾਣੀ ਵੱਧ ਘੱਟ, ਸਾਨੂੰ ਝੋਨੇ ਦਾ ਜਿਹੜੀ ਦਿੱਕਤ ਆਉਂਦੀ ਆ, ਪਾਣੀ ਦਾ ਲੈਵਲ ਬਹੁਤ ਥੱਲੇ ਜਾ ਰਿਹਾ ਆ। ਤੇ ਮੈਂ ਕਹਿੰਦਾ ਵੀ ਉਹ ਗੰਨਾ ਜਿਹੜਾ ਇੱਕ ਕਿਸਾਨ ਵਾਸਤੇ ਇੱਕ ਬਹੁਤ ਵਧੀਆ ਫਸਲ ਆ। ਹੁਣ ਤਾਂ ਪੰਜਾਬ ਸਰਕਾਰ ਨੇ ਇਹਦਾ ਰੇਟ ਵੀ ਬੜਾ ਵਧੀਆ ਕੀਤਾ ਹੋਇਆ ਹੈ। ਅਸੀਂ ਕਹਿੰਦੇ ਕਿਸਾਨ ਵੀਰਾਂ ਨੂੰ ਕਿ ਵੱਧ ਤੋਂ ਵੱਧ ਨਵੀਆਂ ਵੈਰਾਈਟੀਆਂ ਮਿਲ ਦਾ ਸਾਨੂੰ ਜਿਹੜਾ ਇੱਥੇ ਦੇ ਸਟਾਫ ਆ ਉਹਦਾ ਬਹੁਤ ਵੱਡਾ ਯੋਗਦਾਨ ਆ। ਸਾਨੂੰ ਨਵੀਆਂ ਤਕਨੀਕਾਂ ਤੇ ਨਵੀਆਂ ਵੈਰਾਈਟੀਆਂ ਲਿਆ ਕੇ ਮਿਲ ਵਾਲੇ ਟਾਈਮ ਤੇ ਟਾਈਮ ਦਿੰਦੇ ਆ। ਕਦੀ ਸਾਨੂੰ ਟਿਸ਼ੂ ਕਲਚਰ ਦਾ ਬੀਜ ਲਿਆ ਕੇ ਦਿੰਦੇ ਆ, ਕਦੀ ਸਾਨੂੰ ਨਵੀਆਂ ਵੈਰਾਈਟੀਆਂ ਕਰਨਾਲ ਤੋਂ ਹੋਰ ਸੋਧ ਕੇ ਦਵਾਈਆਂ ਵੀ ਮਿਲਦੀਆਂ ਸਾਨੂੰ ਇੱਥੋਂ। ਤੇ ਕਿਸਾਨ ਵੀਰਾਂ ਨੂੰ ਇਹੀ ਮੈਂ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਗੰਨਾ ਲਗਾ ਕੇ ਖੇਤੀ ਵਿਭਿੰਨਤਾ ਵਿੱਚ ਆਪਣੀ ਵਿੱਚ ਐਂਟਰ ਕਰੀਏ ਤਾਂ ਕਿ ਗੰਨਾ ਬੀਜ ਕੇ ਕਿਸਾਨ ਜਿਹੜਾ ਖੁਸ਼ਹਾਲ ਹੋਵੇ ਤੇ ਦੂਜੀਆਂ ਰਵਾਇਤੀ ਫਸਲਾਂ ਤੋਂ ਬਾਹਰ ਨਿਕਲਿਆ ਜਾ ਸਕੇ। ਦੂਸਰਾ ਮੈਂ ਇਹ ਕਹਿਣਾ ਚਾਹੁੰਦਾ ਕਿ ਗੰਨਾ ਜਿਹੜਾ ਆ ਉਹ ਮਿੱਲਾਂ ਸਾਡੀ ਭੋਗਪੁਰ ਸ਼ੂਗਰ ਮਿਲ ਆ, ਇਹਦੀ ਕੈਪੈਸਿਟੀ ਵੀ ਸਰਕਾਰ ਨੇ ਵਧਾਤੀ ਆ। ਇੱਥੇ ਦਾ ਸਟਾਫ ਤੇ ਮੈਨੇਜਮੈਂਟ ਬਹੁਤ ਵਧੀਆ ਆ ਤੇ ਉਹ ਬੜਾ ਸਾਡੇ ਕਿਸਾਨਾਂ ਨੂੰ ਕੰਪਿਊਟਰਾਈਜ਼ ਸਿਸਟਮ ਹੋਣ ਕਰਕੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ। ਅਸੀਂ ਇਹ ਗੱਲ ਕਿਸਾਨਾਂ ਨੂੰ ਕਹਿੰਦੇ ਆ ਕਿ ਵੱਧ ਤੋਂ ਵੱਧ ਇੱਥੇ ਗੰਨਾ ਲਿਆਓ ਤਾਂ ਕਿ ਆਪਣਾ ਮੁਨਾਫਾ ਹੋਰ ਕਮਾਓ। ਸਾਨੂੰ ਇੱਥੇ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ। ਪਰਚੀ ਸਿਸਟਮ ਨਾਲ ਘਰ ਪਹੁੰਚ ਜਾਂਦੀ ਆ ਤੇ ਘਰ ਪਹੁੰਚਣ ਕਰਕੇ ਸਾਨੂੰ ਪੇਮੈਂਟ ਬੈਂਕ ਵਿੱਚ ਚਲ ਜਾਂਦੀ ਆ। ਸਾਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ। ਤੇ ਮੈਂ ਇਹ ਕਹਿਣਾ ਕਿ ਸਾਨੂੰ ਮਿਲ ਦੇ ਸਟਾਫ ਨਾਲ ਜੋੜ ਕੇ ਨਾਲ ਆਪਣਾ ਲਗਾਓ ਰੱਖ ਕੇ ਟੱਚ ਹੋ ਕੇ ਵੱਧ ਤੋਂ ਵੱਧ ਜਿਹੜਾ ਗੰਨਾ ਆ ਉਹ ਬੀਜਿਆ ਜਾ ਸਕੇ। ਭੋਗਪੁਰ ਸ਼ੂਗਰ ਮਿਲ ਦੇ ਵਿੱਚ ਬਹੁਤ ਵਧੀਆ ਪ੍ਰਯੋਗ ਲੈਬੋਰਟਰੀ ਆ। ਪ੍ਰਯੋਗ ਉੱਥੇ ਸਾਰੇ ਹੁੰਦੇ ਨੇ, ਗੰਨੇ ਦੇ ਰਸ ਤੋਂ ਲੈ ਕੇ ਗੰਨੇ ਦੇ ਸ਼ੀਰਿਆਂ ਦੇ ਤੱਕ, ਫਿਰ ਖੰਡ ਦੇ ਇਲਾਵਾ ਜੋ ਉਹ ਵੀ ਉਹਦੀਆਂ ਨਿਯਮਤਮ ਕਾਰਵਾਈਆਂ ਕਰਨੀਆਂ ਨੇ ਉਹ ਸਾਰੀਆਂ ਜਿਹੜੀਆਂ ਉਹਨੂੰ ਬੜੇ ਧਿਆਨ ਦੇ ਵਿੱਚ ਰੱਖਿਆ ਜਾਂਦਾ ਤੇ ਵਧੀਆ ਤੇ ਸੱਜੀ ਖੰਡ ਬਣਾਉਣ ਵਾਸਤੇ ਲੈਬੋਰਟਰੀ ਦੇ ਵਿੱਚ ਟਾਈਮ ਟੂ ਟਾਈਮ ਜਿਹੜੇ ਹੈਗੇ ਆ ਪੈਨਾਂ ਦੇ, ਵੇਲ ਹਾਊਸ ਦੇ, ਬਗਾਸ ਦੇ, ਪ੍ਰੈਸ ਮੱਡ ਦੇ
ਤੇ ਨਾਲੋਂ ਨਾਲ ਹੀ ਖੰਡ ਦੇ ਸੈਂਪਲ ਆਉਂਦੇ ਨੇ, ਜਿਨ੍ਹਾਂ ਨੂੰ ਅਸੀਂ ਤੌਰ ਤਰੀਕੇ ਦੇ ਨਾਲ ਸਹੀ ਢੰਗ ਨਾਲ ਪਰਖ ਕਰਕੇ ਉੱਚ ਅਧਿਕਾਰੀਆਂ ਦੇ ਵਿੱਚ ਜੇ ਕੋਈ ਉਣਤਾਈ ਹੈ ਤੇ ਉਹਨੂੰ ਪੇਸ਼ ਕਰੀਦਾ, ਤੇ ਤਾਂ ਕਿ ਵਧੀਆ ਢੰਗ ਨਾਲ ਖੰਡ ਬਣ ਸਕੇ, ਤਾਂ ਕਿ ਚੰਗੀ ਤੋਂ ਚੰਗੀ ਖੰਡ ਦੀ ਪ੍ਰੋਡਕਸ਼ਨ ਹੋ ਸਕੇ। ਚੰਗੀ ਖੰਡ ਬਣਾਉਣ ਵਾਸਤੇ ਸਪੈਸ਼ਲ ਤੌਰ ਤੇ ਜ਼ਿਮੀਂਦਾਰ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਕਿ ਗੰਨੇ ਦੇ ਵਿੱਚ ਬਾਈਂਡਿੰਗ ਮਟੀਰੀਅਲ ਜਿਹੜਾ ਹੈਗਾ ਉਹਨੂੰ ਕੰਟਰੋਲ ਕੀਤਾ ਜਾਵੇ। ਸ਼ੂਗਰ ਮਿੱਲਾਂ ਦੇ ਵਿੱਚ ਜਿਹੜੀ ਗੰਨੇ ਦੀ ਸਪਲਾਈ ਹੋ ਰਹੀ ਆ, ਇਹਦੇ ਵਿੱਚ ਬਾਈਂਡਿੰਗ ਮਟੀਰੀਅਲ ਦੀ ਜਿਹੜੀ ਮਾਤਰਾ ਉਹ ਬਹੁਤ ਜ਼ਿਆਦਾ ਹੋਣ ਕਾਰਨ ਕਰਕੇ ਜਦੋਂ ਬਾਈਂਡਿੰਗ ਮਟੀਰੀਅਲ ਕੇਨ ਕ੍ਰਸ਼ ਦੇ ਨਾਲ ਅੰਦਰ ਜਾਂਦਾ, ਮਿਲ ਦੇ ਵਿੱਚ ਗੰਨੇ ਦੀ ਪੜਾਈ ਹੋਣ ਦੇ ਨਾਲ ਜਾਂਦਾ, ਤੇ ਬਲੈਕ ਜਿਹੜਾ ਪਾਰਟ ਹੈ ਉਹ ਖੰਡ ਦੇ ਰੰਗ ਨੂੰ ਕਾਫੀ ਅਟੈਕ ਕਰਦਾ। ਨਾਲੋਂ ਨਾਲ ਹੀ ਜਿਹੜੀ ਟੌਪ ਤੇ ਟਰੈਸ਼ ਹੈ, ਜਦੋਂ ਇਹ ਮਿਕਸ ਹੋ ਕੇ ਜਾਂਦੇ ਆ, ਉਹਦੇ ਨਾਲ ਖੰਡ ਦਾ ਇੱਕ ਬਹੁਤ ਵਧੀਆ ਟੈਸਟ ਕੀਤਾ ਜਾਂਦਾ, ਜਿਹਨੂੰ ਆਈਕਮਸਾ ਕਹਿੰਦੇ ਆ। ਇਹ ਚੀਜ਼ ਆਈਕਮਸਾ ਨੂੰ ਬਹੁਤ ਜ਼ਿਆਦਾ ਉੱਪਰ ਲੈ ਜਾਂਦੀ ਹੈ, ਜਦ ਕਿ ਆਈਕਮਸਾ ਜਿਹੜਾ 100 ਤੋਂ ਘੱਟ ਹੋਣਾ ਚਾਹੀਦਾ। ਖੰਡ ਦੀ ਮਕਦਾਰ ਨੂੰ ਮਤਲਬ ਕਿ ਵਧੀਆ ਸੁਚੱਜੇ ਢੰਗ ਦੇ ਰੱਖਣ ਵਾਸਤੇ ਜ਼ਿਮੀਂਦਾਰਾਂ ਭਰਾਵਾਂ ਨੂੰ ਇਹੀ ਹੈ ਕਿ ਚੰਗੀ ਕਿਸਮ ਦਾ ਗੰਨਾ ਪੈਦਾ ਕਰੋ, ਜਿਹਦੇ ਵਿੱਚ ਰਿਕਵਰੀ ਜਿਹੜੀ ਹੈ ਹਾਈ ਰੇਂਜ ਦੇ ਵਿੱਚ ਹੋਵੇ, ਤਾਂ ਕਿ ਜਿਹੜੀ ਮਿੱਲ ਹੈ, ਮਿੱਲ ਪੜਾਈ ਕਰਨ ਦੇ ਉੱਤੇ ਮਿੱਲ ਨੂੰ ਵੀ ਕੋਈ ਮੁਨਾਫਾ ਹੋਵੇ ਤੇ ਜ਼ਿਮੀਂਦਾਰ ਭਰਾਵਾਂ ਦਾ ਵੀ ਕਾਫੀ ਜਿਹੜਾ ਹੈਗਾ ਉਹ ਮਾਣ ਵਧੇ। ਮਿੱਲ ਦਾ ਪੜਾਈ ਸੀਜ਼ਨ ਜਿਹੜਾ 21-22 ਹੈ, ਕਿਸਾਨਾਂ ਦਾ ਬੌਂਡ ਕੀਤਾ ਹੋਇਆ ਗੰਨਾ ਪੂਰਾ ਕਰਨ ਤੋਂ ਬਾਅਦ ਹੀ, ਪੀੜਨ ਤੋਂ ਬਾਅਦ ਹੀ ਮਿੱਲ ਬੰਦ ਕੀਤੀ ਜਾਵੇਗੀ। ਔਰ ਅਸੀਂ ਯਾਰਡ 'ਚ ਵੀ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਰਹੇ ਹਾਂ। ਸਾਰਾ ਜਿਹੜਾ ਕੇਜ ਯਾਰਡ ਹੈ ਉਹ ਪੱਕਾ ਕੀਤਾ ਗਿਆ ਹੈ, ਤੇ ਅਗਲੀ ਜਿਹੜੀ ਬਿਜਾਈ ਹੈ ਸਾਡੀ ਇਸ ਵੇਲੇ ਜਿਹੜੀ ਬਿਜਾਈ ਚੱਲ ਰਹੀ ਹੈ ਬਸੰਤ ਰੁੱਤ ਦੀ, ਉਹਦੇ ਲਈ ਵੀ ਜ਼ਿਮੀਂਦਾਰਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਰਕਬਾ ਅਸੀਂ ਗੰਨੇ ਦੀ ਫਸਲ ਹੇਠ ਲਿਆਈਏ, ਤੇ ਜਿਹੜੀ ਗੰਨੇ ਦੀ ਪੇਮੈਂਟ ਉਹ ਵੀ ਨਾਲੋਂ ਨਾਲ ਕੀਤੀ ਜਾ ਰਹੀ ਹੈ। ਔਰ ਆਪਾਂ ਨੂੰ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਪੇਮੈਂਟ ਇਸ ਸੀਜ਼ਨ ਦੀ ਅਸੀਂ ਆਪਣੇ ਵਸੀਲਿਆਂ ਤੋਂ ਕਰ ਦੇਵਾਂਗੇ। ਔਰ ਸਾਰੇ ਕਿਸਾਨ ਵੀਰਾਂ ਨੂੰ ਮੈਂ ਫਿਰ ਦੱਸਦਾ ਹਾਂ ਕਿ ਜਿਹੜਾ ਮਿੱਲ ਨੇ ਗੰਨਾ ਬੌਂਡ ਕੀਤਾ ਹੈ, ਉਹ ਪੂਰਾ ਗੰਨਾ ਬੌਂਡ ਪੀੜਨ ਤੋਂ ਬਾਅਦ ਹੀ ਮਿੱਲ ਬੰਦ ਕੀਤੀ ਜਾਵੇਗੀ। ਕਿਸਾਨ ਕਿਸੇ ਵੀ ਤਰ੍ਹਾਂ ਪੈਨਿਕ ਨਾ ਹੋਣ, ਸਾਰਾ ਗੰਨਾ ਉਹਨਾਂ ਦਾ ਬੌਂਡ ਕੀਤਾ ਹੋਇਆ ਪੀੜਿਆ ਜਾਵੇਗਾ। ਇੱਕ ਮੈਂ ਕਿਸਾਨ ਵੀਰਾਂ ਨੂੰ ਹੋਰ ਵੀ ਦੱਸਣਾ ਚਾਹੁੰਦਾ ਹਾਂ ਕਿ ਇਸ ਵਾਰ ਅਸੀਂ ਜਿਸ ਤਰ੍ਹਾਂ ਯਾਰਡ 'ਚ ਜੋ ਸੁਧਾਰ ਹੋਏ ਹਨ, ਕਿ ਜਿਸ ਤਰ੍ਹਾਂ ਪਹਿਲਾਂ ਟੋਕਨ ਰੂਮ 'ਤੇ ਕਿਸਾਨ ਜਦੋਂ ਟਰਾਲੀ ਲੈ ਕੇ ਆਉਂਦਾ ਹੈ, ਉਸ ਤੋਂ ਬਾਅਦ ਉਹ ਯਾਰਡ ਦੇ ਵਿੱਚ ਟਰਾਲੀ ਲਾ ਕੇ ਉਹਨੂੰ ਅੱਗੇ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਜਿਹੜਾ ਕਿ ਪਹਿਲਾਂ ਯਾਰਡ ਦੀ ਪ੍ਰੋਬਲਮ ਕਰਕੇ ਕਿਸਾਨਾਂ ਦੇ ਟਰਾਲੀਆਂ ਦੇ ਹੁੱਕ ਟੁੱਟਦੇ ਸੀ, ਉਹ ਵੀ ਕਾਫੀ ਬਚਾਅ ਹੈ ਇਸ ਸੀਜ਼ਨ ਵਿੱਚ, ਤੇ ਅਗਲੇ ਸੀਜ਼ਨ ਵਿੱਚ ਅਸੀਂ ਹੋਰ ਵੀ ਤੁਹਾਨੂੰ ਜਿਹੜੀ ਹੈਗੀ ਆ ਸਹੂਲਤਾਂ ਯਾਰਡ ਵਿੱਚ ਦਿੱਤੀਆਂ ਜਾਣਗੀਆਂ। ਕਿਸਾਨ ਵੀਰਾਂ ਨੂੰ ਹੋਰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿਹੜਾ ਕਿਸਾਨ ਮਿੱਲ ਵਿੱਚ ਗੰਨਾ ਲੈ ਕੇ ਆਉਂਦੇ ਹੈ, ਉਹ ਆਗ ਖੋਰੀ ਤੋਂ ਬਿਨਾਂ ਲਿਆਂਦਾ ਜਾਵੇ, ਤਾਂ ਜੋ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਗੰਨਾ ਮਾੜਾ ਗੰਨਾ ਤੋਂ ਉਹਦੀ ਫਿਰ ਖੰਡ ਵੀ ਅੱਛੀ ਨਹੀਂ ਬਣਦੀ, ਤੇ ਆਗ ਖੋਰੀ ਤੋਂ ਬਿਨਾਂ ਰਹਿਤ ਲਿਆਂਦਾ ਜਾਵੇ, ਤਾਂ ਉਸ ਗੰਨੇ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੱਟ ਨਹੀਂ ਲੱਗਦਾ। ਜਿਹੜਾ ਨਵਾਂ 3000 TCD ਦਾ ਨਵਾਂ ਪਲਾਂਟ ਹੈ ਉਹ ਚਲਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇ ਕਿ 10 ਕਰੋੜ ਤੋਂ ਉੱਪਰ ਦੀ ਬਿਜਲੀ ਅਸੀਂ ਬਿਜਲੀ ਬੋਰਡ ਨੂੰ ਹੁਣ ਤੱਕ ਸੇਲ ਕਰ ਚੁੱਕੇ ਹਾਂ, ਤੇ ਇਹ ਸਾਰਾ ਜਿਹੜਾ ਪੈਸਾ ਹੈ ਕਿਸਾਨ ਵੀਰਾਂ ਦੀ ਪੇਮੈਂਟ ਲਈ ਹੀ ਵਰਤਿਆ ਜਾਵੇਗਾ। ਇਸ ਵਾਰ ਜਿਸ ਤਰ੍ਹਾਂ ਕਿਸਾਨ ਵੀਰਾਂ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਗੰਨੇ ਦਾ ਰੇਟ ਹੈ ਉਹ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ, ਤੇ 50 ਰੁਪਏ ਕੁਇੰਟਲ ਦਾ ਵਾਧਾ ਪਿਛਲੇ ਸੀਜ਼ਨ ਨਾਲੋਂ ਹੋਇਆ ਹੈ। ਇਹ ਕਿਸਾਨਾਂ ਲਈ ਲਾਹੇਵੰਦ ਫਸਲ ਹੈ। ਮਿਲ ਮੈਨੇਜਮੈਂਟ ਅਪੀਲ ਕਰਦੀ ਹੈ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ ਏਰੀਆ ਜਿਹੜਾ ਗੰਨੇ ਦੇ ਰਕਬਾ ਗੰਨੇ ਦੇ ਖੇਤੀ ਅਧੀਨ ਲਿਆਂਦਾ ਜਾਵੇ, ਤੇ ਜਿਹੜੀ ਮਿਲ ਪੇਮੈਂਟ ਕਰ ਰਹੀ 360 ਰੁਪਏ ਪ੍ਰਤੀ ਕੁਇੰਟਲ ਦੇ ਨਾਲ ਹੀ ਕਰ ਰਹੀ ਹੈ। ਕਿ ਜਿਹੜੀ ਇੱਕ ਗੰਨੇ ਦੀ ਫਸਲ ਹੈ, ਇਹ ਬਹੁਤ ਹੀ बढ़िया एक ਲਾਹੇਵੰਦ ਫਸਲ ਹੈ। ਇਹਨੂੰ ਅਸੀਂ ਉਹੀ ਹੈ ਕਿ ਟਾਈਮ ਸਿਰ ਲਗਾਉਣਾ ਹੈ, ਟਾਈਮ ਸਿਰ ਕੱਟਣਾ ਹੈ, ਔਰ ਇਸ ਫਸਲ ਨੂੰ ਅਗਰ ਜ਼ਿਆਦਾ ਬੈਨੀਫਿਟਸ ਲੈਣੇ ਹੈ, ਜ਼ਿਆਦਾ ਫਾਇਦਾ ਲੈਣਾ ਹੈ, ਇਹਦੇ ਵਿੱਚ ਅੰਤਰ ਫਸਲਾਂ ਦੇ ਵਿੱਚ ਲਾਉਣਾ ਹੈ। ਕਿਉਂਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਕਣਕ ਤੇ ਝੋਨੇ ਦਾ ਫਸਲੀਕਰਨ ਹੈ, ਉਸ ਫਸਲੀਕਰਨ ਦੇ ਵਿੱਚ ਅਗਰ ਫਸਲ ਵਿਭਿੰਨਤਾ ਦੀ ਗੱਲ ਕਰਦੇ ਹਾਂ ਤਾਂ ਜਿੰਨੀਆਂ ਵੀ ਕਣਕ ਔਰ ਝੋਨੇ ਤੋਂ ਬਾਕੀ ਫਸਲਾਂ ਇਲਾਵਾ ਹਨ, ਗੰਨੇ ਦੀ ਜਿਹੜੀ ਫਸਲ ਹੈ ਇੱਕ ਬਹੁਤ ਹੀ बढ़िया ਸੂਟੇਬਲ ਕੈਂਡੀਡੇਟ ਹੈਗਾ। ਸਾਲ ਭਰ ਦੀ ਫਸਲ ਹੈ, ਬਹੁਤ ਮਿਨੀਮਮ ਇਹਦੇ ਵਿੱਚ ਇੰਟਰਵੈਂਸ਼ਨ ਹੁੰਦੀਆਂ। ਬਸ ਇਹਦੇ 'ਚ ਕੀ ਹੈ ਕਿ ਜਿਹੜਾ ਆਪਾਂ ਖਾਦ ਪਾਣੀ ਤੇ ਥੋੜੀ ਦੇ ਕੀੜੇ ਮਕੌੜਿਆਂ ਦੀ ਸਾਂਭ ਸੰਭਾਲ ਕਰਨੀ ਹੈ। ਕੋਈ ਵੱਡੀ ਬਿਮਾਰੀ ਨਹੀਂ ਹੈਗੀ ਹੈ, ਕੋਈ ਕੁਛ ਨਹੀਂ ਹੈਗਾ। ਬੰਦਾ ਆਰਾਮ ਨਾਲ ਜਿਹੜਾ ਹੈ ਇਹਨੂੰ ਆਪਾਂ ਸੂਟੇਬਲ ਕਰ ਸਕਦੇ ਹਾਂ ਔਰ ਆਪਣੀ ਜਿਹੜੀ ਆਮਦਨੀ ਹੈ ਉਹਨੂੰ ਵਧਾ ਸਕਦੇ ਹਾਂ। ਕਿਉਂਕਿ ਅਗਰ ਮਿੱਲਾਂ ਦੇ ਵਿੱਚ ਅਸੀਂ ਗੰਨਾ ਪਾਉਂਦੇ ਹਾਂ, ਉੱਥੇ ਸਿਰਫ ਇਕੱਲੀ ਖੰਡ ਹੀ ਬਣਾਉਂਦੇ ਹਾਂ। ਹੁਣ ਗਵਰਨਮੈਂਟ ਦੀ ਪਾਲਿਸੀਜ਼ ਇਹ ਆ ਰਹੀਆਂ ਹੈਗੀਆਂ ਕਿ ਆਪਾਂ ਉਹਦੇ ਵਿੱਚੋਂ ਬਾਇਓਫਿਊਲ ਵੀ ਬਣਾ ਸਕਦੇ ਹਾਂ। ਹੋ ਸਕਦਾ ਆਉਣ ਵਾਲੇ ਟਾਈਮ 'ਚ ਸਾਨੂੰ ਉਹਦੇ 'ਚੋਂ ਕੁਝ ਨਵੇਂ ਇਨਸੈਂਟਿਵ ਮਿਲਣ, ਤੇ ਸਾਨੂੰ ਵੈਰਾਈਟੀਆਂ ਦਾ ਜਿਹੜਾ ਇੱਕ ਪ੍ਰੋਫਾਈਲ ਹੈ ਬਿਲਕੁਲ ਸਹੀ ਢੰਗ ਦੇ ਲਾਉਣਾ, ਔਰ ਜਿਹੜੀ ਵੈਰਾਈਟੀਆਂ ਦੀ ਚੋਣ ਕਰਨੀ ਹੈ। ਹਮੇਸ਼ਾ ਪਹਿਲ ਰੱਖਣੀ ਆਪਾਂ, ਕਿਉਂਕਿ ਅਸੀਂ ਛੋਟੇ ਏਰੀਏ ਦੇ ਵਿੱਚ ਕਲਟੀਵੇਟ ਕਰਦੇ ਹਾਂ। ਵੈਰਾਈਟੀਆਂ ਗੇਤੀਆਂ ਤੇ ਦਰਮਿਆਨੀ ਪਛੇਤੀ ਕਿਸਮਾਂ ਦੀ ਪਛਾਣ ਕਰਨੀ ਹੈ ਔਰ ਸਹੀ ਢੰਗ ਨਾਲ ਲਗਾਉਣੀ। ਜਦੋਂ ਆਪਾਂ ਕਿਸਮਾਂ ਲਾਉਣੀਆਂ ਹੈ, ਅਗੇਤੀ ਕਿਸਮਾਂ ਤੇ ਦਰਮਿਆਨੀ ਪਛੇਤੀ ਕਿਸਮਾਂ ਦਾ ਜਿਹੜਾ ਅਨੁਪਾਤ ਹੈ ਉਹ ਅਸੀਂ ਜਿਹੜਾ ਰੱਖਣਾ ਹੈ,
ਉਹ 3:2 ਦਾ ਰੱਖਣਾ। ਸਪੋਜ਼ ਕਿ ਆਪਾਂ ਅਗਰ 10 ਕਿੱਲੇ ਲਾਉਣੇ ਹੈ ਤੇ 6 ਕਿੱਲੇ ਜਿਹੜੇ ਹੈ ਉਹ ਆਪਾਂ ਲਾਉਣੇ ਹੈਗੇ ਹੈ ਅਗੇਤੀ ਵੈਰਾਈਟੀਆਂ ਦੇ, ਤੇ 4 ਕਿੱਲੇ ਜਿਹੜੇ ਲਾਉਣੇ ਆ ਉਹ ਲਾਉਣੇ ਆ ਦਰਮਿਆਨੀ ਦੇ। ਕਿਉਂਕਿ ਜਿਹੜੀ ਦਰਮਿਆਨੀ ਕਿਸਮ ਦੀ ਫਸਲ ਹੈ, ਵੈਰਾਈਟੀ ਹੈ, ਉਹ ਜਿਹੜੀ ਹੈ ਉਹ 10 ਤੋਂ 12 ਮਹੀਨੇ ਦੇ ਵਿੱਚ ਜਾ ਕੇ ਪੱਕਦੀ ਹੈ, ਜਦਕਿ ਜੋ ਅਗੇਤੀ ਕਿਸਮ ਹੈ ਉਹ 8 ਤੋਂ 10 ਮਹੀਨੇ ਦੇ ਵਿੱਚ ਪੱਕ ਜਾਂਦੀ ਹੈ। ਜਿਹੜੀ 8 ਤੋਂ 10 ਮਹੀਨੇ ਦੇ ਵਿੱਚ ਪੱਕਦੀ ਹੈ ਉਹ ਸਾਡਾ ਖੇਤ ਜਲਦੀ ਖਾਲੀ ਕਰ ਦਿੰਦੀ ਹੈ, ਤਾਂ ਕਿ ਉਸ ਤੋਂ ਕੱਟਣ ਤੋਂ ਬਾਅਦ ਅਸੀਂ ਕੋਈ ਦੂਜੀ ਫਸਲ ਵੀ ਲੈ ਸਕਦੇ ਹਾਂ। ਤੇ ਜਿਹੜੀਆਂ ਅਗੇਤੀ ਵੈਰਾਈਟੀਆਂ ਨੇ ਯੂਨੀਵਰਸਿਟੀ ਦੀ ਤਰਫੋਂ ਸਿਫਾਰਿਸ਼ ਹੋਈਆਂ, ਉਹ 4 ਵੈਰਾਈਟੀਆਂ ਹੈਗੀਆਂ। ਇੱਕ ਤਾਂ ਹੈਗੀ ਹੈ COPV 92, ਜਿਹਦਾ ਝਾੜ ਜਿਹੜਾ ਕਿ 350 ਕੁਇੰਟਲ ਪਰ ਏਕੜ ਦਾ ਜਿਹੜਾ ਯੂਨੀਵਰਸਿਟੀ ਦੀ ਤਰਫੋਂ ਰਿਕਾਰਡ ਕੀਤਾ ਔਸਤਨ ਝਾੜ ਦਿੱਤਾ ਗਿਆ ਹੈ। ਬਹੁਤ ਵਧੀਆ ਵੈਰਾਈਟੀ ਹੈ। ਆਓ ਕਾਫੀ ਇਹ ਖੰਡ ਮਿੱਲਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਕੋਲ ਪਹੁੰਚ ਵੀ ਚੁੱਕੀ ਹੈ, ਔਰ ਜਿਹੜੇ ਕਿ ਇਹਦੇ ਹੁਣ ਰਿਕਵਰੀ ਦੇ ਡਾਟੇ ਆ ਰਹੇ ਨੇ ਉਹ ਬਹੁਤ ਸੋਹਣੇ ਆ ਰਹੇ ਨੇ, ਔਰ ਇਹ ਵੈਰਾਈਟੀ ਜਲਦੀ ਕੱਟੀ ਜਾਊਗੀ। ਦੂਜੀ ਵੈਰਾਈਟੀ ਜਿਹੜੀ ਹੈਗੀ ਹੈ ਉਹ COJ 85 ਹੈ। ਉਹ ਪੁਰਾਣੀ ਵੈਰਾਈਟੀ ਹੈ, ਤੁਸੀਂ ਉਹਨੂੰ ਜਾਣਦੇ ਹੋ। ਉਹਦੇ 'ਚੋਂ ਜੂਸ ਚੰਗਾ ਨਿਕਲਦਾ ਹੈ, ਗੁੜ ਵੀ ਚੰਗਾ ਬਣਦਾ ਉਹਦਾ, ਔਰ ਜਿਹੜੇ ਸਾਡੇ ਲੋਕਲ ਵੈਂਡਰਸ ਰੇਹੜੀਆਂ ਤੇ ਲਾਉਂਦੇ ਹੈ ਉਹ ਵੀ ਉਹਨੂੰ ਚੰਗੇ ਹਾਈ ਰੇਟ ਤੇ ਜਾ ਕੇ ਖਰੀਦ ਲੈਂਦੇ ਹੈ। ਤੀਜੀ ਵੈਰਾਈਟੀ CO 118 ਹੈ। ਤੇ ਇਹ 4 ਵੈਰਾਈਟੀਆਂ COPV 92, CO 118, COJ 85 ਤੇ COJ 64, ਇਹ 4 ਅਗੇਤੀ ਵੈਰਾਈਟੀਆਂ ਨੇ। ਜਦੋਂ ਵੀ ਆਪਾਂ ਵੈਰਾਈਟੀਆਂ ਦੀ ਚੋਣ ਕਰਨੀ ਔਰ ਲਗਾਉਣੀ ਹੈ, ਇਹਨਾਂ ਅਗੇਤੀਆਂ ਵੈਰਾਈਟੀਆਂ ਨੂੰ ਅਸੀਂ ਘੱਟੋ ਘੱਟ 60% ਜਿਹੜਾ ਹੈ ਆਪਣਾ ਏਰੀਆ ਰੱਖਣਾ। ਉਸ 60% ਦੇ ਵਿੱਚੋਂ ਅੱਧਾ 50% ਜਿਹੜਾ ਹੈ ਉਹ ਅਸੀਂ ਆਪਾਂ ਆਸੂ ਕੱਤੂ ਦੇ ਵਿੱਚ ਲਾਉਣਾ, 50% ਜਿਹੜਾ ਹੈ ਉਹ ਅਸੀਂ ਮੋਢੇ ਦੇ ਤੇ ਪੱਤ ਜਾਂ ਬਾਹਰ ਰੁੱਤ ਲਈ ਰੱਖਣਾ ਹੈ।